ਤੇ ਬਾਅਦ 'ਚ ਮੈਨੂੰ ਪਤਾ ਲੱਗਾ ਇਹ ਗਊਆਂ ਤੇ ਮੱਝਾਂ ਸਾਰੇ ਆਪਣਾ ਬੂਚੜਖਾਨੇ 'ਚ ਲੈ ਕੇ ਜਾ ਰਹੇ ਸੀ। ਜਦੋਂ ਤਾਂ ਸਾਨੂੰ ਲੋੜ ਆ ਸੀ ਸਟੇਟਸ ਵਾਸਤੇ ਆਪਣੇ ਘਰ ਜਾਨਵਰ ਕੋਈ ਤੋਤਾ ਚਿੜੀ ਜਾਂ ਕੁੱਤਾ ਰੱਖੀਦਾ। ਅੱਜ ਕੱਲ੍ਹ ਦਾ ਮਤਲਬ ਲੋਕਾਂ ਦਾ ਇਹ ਹਾਲ ਹੋ ਗਿਆ, ਆਪਣੇ ਸਗੇ ਮਾਂ ਪਿਓ ਦੀ ਸੇਵਾ ਨਹੀਂ ਕਰਨ ਨੂੰ ਤਿਆਰ ਜੋ ਅੱਜ ਕੱਲ੍ਹ ਦੀ ਪੀੜ੍ਹੀ ਹੈ। ਬਾਕੀ NGO ਨਾ ਹੋਣ ਤਾਂ ਮੇਰੇ ਹਿਸਾਬ ਨਾਲ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਜਾਏਗਾ ਜੀ। ਉੱਦਾਂ ਤਾਂ ਅਸੀਂ ਗਊ ਨੂੰ ਆਪਣੀ ਮਾਤਾ ਕਹਿੰਦੇ ਆ ਤੇ ਸਾਡੀ ਮਾਤਾ ਵਿਚਾਰੀ ਤੜਪਦੀ ਰੋਡ ਤੇ ਪਈ ਹੈ ਤਾਂ ਆਪਾਂ ਕੀ ਸੇਵਾ ਕਰਦੇ ਪਏ। 2004 ਜੋ ਗਾਏ ਡੈਥ ਹੋ ਗਈ ਤੇ ਅਸੀਂ ਉਹਦੀ ਇੱਥੇ ਸਮਾਧ ਬਣਾਈ ਹੈ ਤਾਂ ਕਿ ਅਸੀਂ ਉਹਨੂੰ ਯਾਦ ਕਰਦੇ ਰਹੀਏ। ਹਾਂਜੀ, ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਅੱਜ ਗੱਲ ਕਰਾਂਗੇ ਉਸ ਪ੍ਰੇਰਨਾਦਾਇਕ ਕਹਾਣੀ ਦੀ, ਜਿਹੜੀ ਕਹਾਣੀ ਸਾਨੂੰ ਲੈ ਕੇ ਆਈ ਹੈ ਇੱਕ ਇਹੋ ਜਿਹੀ ਥਾਂ ਦੇ ਉੱਤੇ ਜਿੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸੇਵਾ ਦਾ ਅਸਲ ਮਕਸਦ ਕੀ ਹੈ, ਇੱਥੇ ਸਮਝ ਆਉਂਦਾ ਆ ਕਿ ਜਿਉਂਦੇ ਜੀ ਨਾ ਤਾਂ ਅਸੀਂ ਕਿਸੇ ਮਨੁੱਖ ਦੀ ਕਦਰ ਕਰਦੇ ਹਾਂ ਤੇ ਨਾ ਕਿਸੇ ਕੁਦਰਤ ਦੇ ਬਣਾਏ ਹੋਏ ਕਿਸੇ ਵੀ ਜੀਵ ਜੰਤੂ ਦੀ। ਜਦੋਂ ਅਸੀਂ ਇੱਥੇ ਪਹੁੰਚੇ ਗਊਸ਼ਾਲਾ ਅਸੀਂ ਇਹਨੂੰ ਕਹਿ ਸਕਦੇ ਹਾਂ, ਇੱਕ ਇਹਨਾਂ ਦੀ ਥਾਂ ਕਹਿ ਸਕਦੇ ਹਾਂ ਜਿੱਥੇ ਕਿ ਉਹਨਾਂ ਮਜ਼ਲੂਮ ਜਿਹੜੇ ਬੋਲ ਨਹੀਂ ਸਕਦੇ ਜੀਵ ਜੰਤੂ ਉਹਨਾਂ ਨੂੰ ਰੱਖਿਆ ਗਿਆ। ਅਸੀਂ ਗਾਵਾਂ ਦੀ ਮੱਝਾਂ ਦੀ ਗੱਲ ਕਰਦੇ ਹਾਂ, ਇੱਥੇ ਉਹ ਵੀ ਨੇ, ਨਾਲ ਦੀ ਨਾਲ ਖਾਸ ਕਰਕੇ ਉਹ ਜ਼ਖਮੀ ਡੌਗਸ ਜਿਹੜੇ ਅਸੀਂ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਪਹਿਲਾਂ ਪਾਲਤੂ ਰੱਖਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਇੰਜਰੀ ਆਉਂਦੀ ਹੈ, ਕੋਈ ਕਿਸੇ ਤਰੀਕੇ ਦੀ ਦੁਰਘਟਨਾ ਉਹਨਾਂ ਦੇ ਨਾਲ ਉਸ ਜਾਨਵਰ ਦੇ ਨਾਲ ਘਟ ਜਾਂਦੀ ਹੈ ਤੇ ਅਸੀਂ ਉਸ ਤੋਂ ਬਾਅਦ ਉਹਨੂੰ ਆਪਣੇ ਘਰ ਦੇ ਵਿੱਚ ਰੱਖਣਾ ਮੁਨਾਸਬ ਨਹੀਂ ਸਮਝਦੇ, ਸੁੱਟ ਦਿੰਦੇ ਹਾਂ ਕਦੀ ਸੜਕਾਂ ਦੇ ਉੱਤੇ ਤੇ ਕਦੀ ਘਰ ਤੋਂ ਬਾਹਰ ਕੱਢ ਦਿੰਦੇ ਆ। ਉਸ ਜਗ੍ਹਾ ਦੀ, ਉਸ ਜੀਵ ਜੰਤੂਆਂ ਦੀ ਇਹ ਪਨਾਹਗਾਰ ਜਗ੍ਹਾ। ਇੱਥੇ ਉਹ ਵੀ ਜ਼ਖਮੀ ਕੁੱਤੇ ਨੇ ਜਿਹੜੇ ਡੌਗੀ ਨੇ ਰੱਖੇ ਗਏ ਨੇ। ਇਸ ਤੋਂ ਬਿਨਾਂ ਅਸੀਂ ਗੱਲ ਕਰਦੇ ਹਾਂ ਬਾਜ ਦੀ ਪੰਛੀ ਦੀ ਗੱਲ ਕਰਦੇ, ਜਿਹੜਾ ਪੰਛੀਆਂ ਦਾ ਰਾਜਾ ਗਿਣਿਆ ਜਾਂਦਾ ਤੇ ਜਿਹ ਤੋਂ ਬਹੁਤ ਸਾਰੇ ਪੰਛੀ ਜਿਹਦਾ ਡਰ ਮੰਨਦੇ ਨੇ, ਉਹ ਵੀ ਇੱਥੇ ਜ਼ਖਮੀ ਹੋ ਚੁੱਕੇ ਨੇ, ਪਰ ਕੁਤਰੇ ਗਏ ਨੇ। ਜ਼ਿੰਦਗੀ ਦਾ ਜਜ਼ਬਾ ਉਹਨਾਂ ਨੇ ਨਹੀਂ ਹਾਰਿਆ ਤੇ ਨਾ ਉਹਨਾਂ ਨੂੰ ਸੰਭਾਲਣ ਵਾਲਿਆਂ ਨੇ ਇਸ ਜਜ਼ਬੇ ਨੂੰ ਹਾਰਿਆ। ਉਸ ਤੋਂ ਬਾਅਦ ਇੱਥੇ ਤੋਤੇ ਨੇ, ਇੱਥੇ ਬਗਲੇ ਨੇ, ਇੱਥੇ ਬਹੁਤ ਸਾਰੇ ਇੱਦਾਂ ਦੇ ਜਾਨਵਰ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਦੇਖਾਂਗੇ, ਉਹਨਾਂ ਦੀ ਹਾਲਾਤ ਅਸੀਂ ਉਹਨਾਂ ਦੇ ਦੇਖੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਉਸੇ ਧਰਤੀ ਦੇ ਉੱਤੇ ਖੜੇ ਹੋ ਕੇ ਗੱਲ ਕਰ ਰਹੇ ਹਾਂ ਜਿੱਥੇ ਅਸੀਂ ਗਊ ਮਾਤਾ ਨੂੰ ਪੂਜਦੇ ਹਾਂ ਤੇ ਜੋ ਗਊਆਂ ਦੀ ਹਾਲਤ ਹੋਈ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਥੇ ਉਹਨੂੰ ਸੰਭਾਲਿਆ ਜਾ ਰਿਹਾ। ਅਸੀਂ ਸਭ ਤੋਂ ਪਹਿਲਾਂ ਹਾਂਜੀ ਪੰਜਾਬ ਚੈਨਲ ਦੀ ਇਸ ਟੀਮ ਤੋਂ ਉਹਨਾਂ ਨੂੰ ਨਮਨ ਕਰਦੇ ਹਾਂ ਕਿ ਇਹੋ ਜਿਹਾ ਕੰਮ ਸੇਵਾ ਭਾਵਨਾ ਦਾ ਇਸ ਟੀਮ ਵੱਲੋਂ ਕੀਤਾ ਜਾ ਰਿਹਾ ਤੇ ਉਸ ਟੀਮ ਦੇ ਵਿੱਚ ਇੱਕ ਇਹੋ ਜਿਹਾ ਮੈਂਬਰ ਸਾਡੇ ਨਾਲ ਹਾਜ਼ਰ ਹੈ ਜਿਹੜਾ ਤਨ ਮਨ ਧਨ ਦੇ ਨਾਲ ਇਸ ਸੇਵਾ ਦੇ ਵਿੱਚ ਲੱਗਾ ਹੋਇਆ ਤੇ ਕੋਸ਼ਿਸ਼ ਇਹ ਕਰ ਰਿਹਾ ਕਿ ਚਾਹੇ ਇਹ ਜੀਵ ਜੰਤੂ ਬੋਲ ਨਹੀਂ ਸਕਦੇ, ਇਹ ਪੰਛੀ ਬੋਲ ਨਹੀਂ ਸਕਦੇ, ਪਰ ਉਹਨਾਂ ਨੂੰ ਸੰਭਾਲਣਾ ਸਾਡਾ ਇਖਲਾਕੀ ਫਰਜ਼ ਹੈ। ਸੋ ਹਾਂਜੀ, ਪੰਜਾਬ ਚੈਨਲ ਦੇ ਮੰਚ ਤੇ ਅਸੀਂ ਸਵਾਗਤ ਕਰਦੇ ਹਾਂ ਵਿਕਾਸ ਠਾਂਡਾ ਜੀ ਦਾ। ਵਿਕਾਸ ਜੀ, ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਵਾਲੀ ਸੇਵਾ ਭਾਵਨਾ ਦੀ, ਇਹ ਤਾਂ ਵਿਕਾਸ ਜੀ ਮੈਨੂੰ ਲੱਗਦਾ ਕਿ ਸ਼ਾਇਦ ਜਿੱਥੇ ਬਾਕੀ ਚੀਜ਼ਾਂ ਖਤਮ ਹੋ ਗਈਆਂ ਇਹ ਵੀ ਖਤਮ ਹੋ ਗਈ। ਇਸ ਜਗ੍ਹਾ ਦੇ ਨਾਲ ਜੁੜਨ ਦਾ ਜਿਹੜਾ ਸਬੱਬ ਹੈ ਉਹ ਕਿਵੇਂ ਬਣਿਆ, ਕਿਵੇਂ ਲੱਗਾ ਕਿ ਇਸ ਜਗ੍ਹਾ ਦੇ ਨਾਲ ਮਿਲ ਕੇ ਉਹਨਾਂ ਬੇਜ਼ੁਬਾਨੀਆਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਘਰ 'ਚ ਵੀ ਰੱਖਣਾ ਜ਼ਰੂਰੀ ਨਹੀਂ ਸਮਝਦੇ। ਅੱਜ ਤੋਂ ਕੋਈ 3-4 ਸਾਲ ਪਹਿਲਾਂ ਮੈਂ ਲੁਧਿਆਣਾ ਜਾ ਰਿਹਾ ਸੀ ਆਪਣੀ ਫੈਮਿਲੀ ਨਾਲ ਤੇ ਮੈਂ ਰਸਤੇ 'ਚ ਦੇਖਿਆ ਵੀ ਬੜਾ ਰਸ਼ ਹੈ ਤੇ ਇੱਕ ਨਾ ਟੈਂਪੂ ਕੋਈ ਪਲਟਿਆ ਪਿਆ ਤੇ ਗਊਆਂ ਤੇ ਕੁਝ ਮੱਝਾਂ ਰੋਡ ਤੇ ਵਿਚਾਰੀਆਂ ਜ਼ਖਮੀ ਹਾਲਤ 'ਚ ਪਈਆਂ ਹੋਈਆਂ ਸੀ ਤੇ ਮੈਂ ਬੜਾ ਦੇਖਿਆ, ਮੈਂ ਕਿਹਾ ਕੋਈ ਉਹਨਾਂ ਨੂੰ ਵਿਚਾਰਾ ਲੈ ਕੇ ਨਹੀਂ ਜਾ ਰਿਹਾ ਤੇ ਡਰਾਈਵਰ ਟੈਂਪੂ ਪਲਟਿਆ ਪਿਆ ਪਰ ਡਰਾਈਵਰ ਹੈ ਨਹੀਂ ਤੇ ਬਾਅਦ 'ਚ ਮੈਨੂੰ ਪਤਾ ਲੱਗਾ ਇਹ ਗਊਆਂ ਤੇ ਮੱਝਾਂ ਸਾਰੇ ਆਪਣਾ ਬੂਚੜਖਾਨੇ 'ਚ ਲੈ ਕੇ ਜਾ ਰਹੇ ਸੀ। ਉਹ ਕਾਹਲੀ 'ਚ ਕਿਤੇ ਉਹਦਾ ਟੈਂਪੂ ਪਲਟ ਗਿਆ, ਉਹ ਉੱਥੇ ਛੱਡ ਕੇ ਭੱਜ ਗਿਆ। ਫਿਰ ਮੈਂ ਅਪਰੋਚ ਕੀਤਾ, ਮੈਨੂੰ ਪਤਾ ਲੱਗਾ ਆਪਣਾ ਇਸ ਗਊਸ਼ਾਲਾ ਬਾਰੇ। ਸਾਡੇ ਇੱਥੇ ਡਾਕਟਰ ਹੈਗੇ, ਡਾਕਟਰ ਚੰਦਰ ਭੂਸ਼ਣ ਜੀ, ਜਿਹੜੀ ਸਾਰੀ ਦੇਖ ਰੇਖ ਕਰਦੇ ਆ ਇੱਥੇ। ਹੁਣ ਤਾਂ ਉਹ ਚਲੇ ਸਵਰਗਵਾਸ ਹੋ ਗਏ, ਉਹਨਾਂ ਦਾ ਬੇਟਾ ਕਰਨ ਸਾਰਾ ਦੇਖਦਾ। ਫਿਰ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਉੱਥੋਂ ਜਿੰਨੀਆਂ ਗਊਆਂ ਤੇ ਮੱਝਾਂ ਸੀ ਆਪਾਂ ਉੱਥੋਂ ਸ਼ਿਫਟ ਕਰਕੇ ਇੱਥੇ ਲੈ ਕੇ ਆਏ। ਇਹਨਾਂ ਨੇ ਡਾਕਟਰ ਸਾਹਿਬ ਨੇ ਬੜੀ ਸੇਵਾ ਕੀਤੀ ਉਹਨਾਂ ਦੀ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਠੀਕ ਕੀਤਾ। 2-3 ਗਊਆਂ ਆਈ ਥਿੰਕ ਸੋ ਤਦ ਮਰ ਵੀ ਗਈਆਂ ਤੇ ਉਸ ਤੋਂ ਬਾਅਦ ਫਿਰ ਮੇਰਾ ਬੜਾ ਮਨ ਮਤਲਬ ਦੁਖੀ ਹੋਇਆ ਵੀ ਯਾਰ ਬੰਦੇ ਨੂੰ ਤਾਂ ਹਰ ਕੋਈ ਟ੍ਰੀਟਮੈਂਟ ਦੇ ਦਿੰਦਾ, ਜਾਨਵਰ ਵਿਚਾਰਾ ਤੜਪਦਾ ਰਹਿੰਦਾ। ਉੱਦਾਂ ਤਾਂ ਅਸੀਂ ਗਊ ਨੂੰ ਆਪਣੀ ਮਾਤਾ ਕਹਿੰਦੇ ਆ ਤੇ ਸਾਡੀ ਮਾਤਾ ਵਿਚਾਰੀ ਤੜਪਦੀ ਰੋਡ ਤੇ ਪਈ ਹੈ ਤਾਂ ਆਪਾਂ ਕੀ ਮਤਲਬ ਸੇਵਾ ਕਰਦੇ ਪਏ। ਫਿਰ ਮੇਰਾ ਥੋੜ੍ਹਾ ਜਿਹਾ ਮਨ ਹੋਇਆ ਕਿ ਉਸ ਸੇਵਾ ਨਾਲੋਂ ਆਪਾਂ ਕਿਉਂ ਨਾ ਪਸ਼ੂਆਂ ਦੀ ਸੇਵਾ ਕਰੀਏ। ਫਿਰ ਮੈਂ ਤੇ ਮੇਰਾ ਪਰਿਵਾਰ ਇਸ ਗਊਸ਼ਾਲਾ ਨਾਲ ਜੁੜਿਆ। ਸਾਡੇ ਘਰ ਕੋਈ ਬਰਥਡੇ ਹੋਵੇ, ਕੋਈ ਓਕੇਸ਼ਨ ਹੋਵੇ, ਅਸੀਂ ਸਾਰਾ ਪਰਿਵਾਰ ਇੱਥੇ ਆਈਦਾ ਵਾ, ਆ ਕੇ ਸੇਵਾ ਕਰੀਦੀ ਆ। ਬੜਾ ਮਨ ਖੁਸ਼ ਹੁੰਦਾ ਵਾ। ਸਾਡਾ ਸਟਾਫ ਹੈ ਵਿਚਾਰਾ ਦਿਲੋਂ ਸਾਰੀ ਸੇਵਾ ਕਰਦਾ ਵਾ ਤੇ ਡਾਕਟਰ ਸਾਹਿਬ ਵੀ ਵਿਚਾਰੇ ਬੜੀ ਸੇਵਾ ਕੀਤੀ। ਉਹ ਦਿਨ ਰਾਤ ਇੱਥੇ ਹੀ ਰਹਿੰਦੇ ਸੀਗੇ। ਕੋਈ ਪਸ਼ੂ ਆ ਜਾਵੇ, ਕੋਈ ਜਾਨਵਰ, ਕੋਈ ਗਊ, ਕੋਈ ਕੁੱਤਾ, ਕੋਈ ਬਿੱਲੀ, ਕੁਛ ਆ ਜਾਵੇ, ਉਹਨਾਂ ਨੇ ਪ੍ਰੋਪਰ ਟ੍ਰੀਟਮੈਂਟ ਕਰਨਾ। ਮਤਲਬ ਕਈ ਲੋਕੀ ਤਾਂ ਇੱਦਾਂ ਦੇ ਸੀ ਘਰੇਲੂ ਜਿਹੜੇ ਕੁੱਤੇ ਘਰ ਰੱਖੇ ਸੀਗੇ, ਉਹਨਾਂ ਨੂੰ ਵੀ ਜਿੱਦਾਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਛ ਉਹਨਾਂ ਦੀ ਲੱਤ ਵਗੈਰਾ ਟੁੱਟ ਗਈ, ਉਹਨਾਂ ਨੇ ਇੱਥੇ ਛੱਡ ਜਾਣਾ ਜੀ। ਮੁੜ ਕੇ ਲੈਣ ਕੋਈ ਨਹੀਂ ਆਉਂਦਾ ਸੀਗਾ। ਜੇ ਠੀਕ ਹੋ ਗਿਆ ਤਾਂ ਉਹ ਲੈ ਜਾਣਾ, ਨਹੀਂ ਤਾਂ ਉਹ ਵਿਚਾਰਾ ਇੱਥੇ ਹੀ ਤੜਪਦਾ ਰਹਿੰਦਾ ਸੀਗਾ। ਚਲੋ ਉਹਦੀ ਜੋ ਸੇਵਾ ਸਾਡੇ ਤੋਂ ਬਣ ਪਾਉਂਦੀ ਸੀ ਅਸੀਂ ਕਰਦੇ ਸੀਗੇ। ਤੇ ਹੁਣ ਮੈਂ ਤਾਂ 4 ਸਾਲ ਤੋਂ ਮਤਲਬ ਇੱਥੇ ਹੀ ਇਸ ਪਰਿਵਾਰ ਨਾਲ ਜੁੜਿਆ। ਮੇਰਾ ਵੀ ਇੱਕ ਪਰਿਵਾਰ ਹੀ ਬਣ ਗਿਆ ਜੀ ਇਹ ਸਾਰਾ ਗਊਸ਼ਾਲਾ। ਆਈ ਦੀ ਹੈ, ਸੇਵਾ ਕਰੀ ਦੀ ਹੈ, ਮਨ ਬੜਾ ਖੁਸ਼ ਹੁੰਦਾ ਤੇ ਇੱਕ ਦਿਲੋਂ ਲੱਗਦਾ ਵੀ ਇੱਕ ਗਊ ਮਾਤਾ ਵਿਚਾਰੀ ਜਿਹੜੀ ਤੜਪਦੀ ਹੈ ਸਾਨੂੰ ਅਸੀਸਾਂ ਦਿੰਦੀ ਹੈ ਵੀ ਹਾਂ ਚਲੋ ਮੈਂ ਦਰਦ 'ਚ ਤੜਪਦੀ ਸੀ ਤੇ ਇਹਨਾਂ ਨੇ ਮੈਨੂੰ ਬਚਾ ਲਿਆ ਜੀ।
ਇੱਕ ਵਿਕਾਸ ਜੀ, ਜਿਹੜੇ ਜਾਨਵਰ ਅਸੀਂ ਘਰਾਂ 'ਚ ਰੱਖਦੇ ਆ, ਫਿਰ ਕੀ ਅਸੀਂ ਉਹ ਪਾਪ ਦੇ ਹਿੱਸੇਦਾਰ ਨਹੀਂ ਬਣਦੇ ਕਿ ਜਦੋਂ ਅਸੀਂ ਜਾਨਵਰ ਨੂੰ ਤਾਂ ਰੱਖ ਲਿਆ ਆਪਣਾ ਸਟੇਟਸ ਸਿੰਬਲ ਬਣਾਉਣ ਦੇ ਲਈ, ਚਾਹੇ ਉਹ ਡੌਗੀ ਹੈ, ਚਾਹੇ ਉਹ ਪਿੰਜਰੇ 'ਚ ਕੈਦ ਕੀਤਾ ਤੋਤਾ ਜਾਂ ਖਰਗੋਸ਼ ਜਾਂ ਬਗਲਾ, ਕੋਈ ਵੀ ਪੰਛੀ ਹੈ, ਅਸੀਂ ਉਹਨੂੰ ਆਪਣੇ ਘਰ ਦੇ 'ਚ ਸਟੇਟਸ ਸਿੰਬਲ ਦੇ ਤੌਰ ਤੇ ਰੱਖ ਲਿਆ। ਜਦੋਂ ਸਾਨੂੰ ਉਹਦੀ ਲੋੜ ਹੈ ਅਸੀਂ ਉਹਨੂੰ ਵਰਤਦੇ ਹਾਂ, ਤੇ ਜਦੋਂ ਉਹਨੂੰ ਸਾਡੀ ਲੋੜ ਹੈ ਉਹਨੂੰ ਅਸੀਂ ਘਰ ਤੋਂ ਬਾਹਰ ਕੱਢ ਕੇ ਰੱਖ ਦਿੰਦੇ ਆ। ਤੇ ਜਦੋਂ ਫਿਰ ਮਨੁੱਖ ਦੀ ਫਿਤਰਤ ਦੀ ਅਸੀਂ ਗੱਲ ਕਰਦੇ ਆ, ਤੇ ਫਿਰ ਅਸੀਂ ਕਿਹੜੇ ਰੂਪ ਦੇ ਉੱਤੇ ਮਨੁੱਖ ਦੀ ਫਿਤਰਤ ਦੇ ਉੱਤੇ ਵਿਸ਼ਵਾਸ ਕਰ ਸਕਦੇ ਹਾਂ? ਮੈਮ ਮਨੁੱਖ ਦਾ ਤਾਂ ਇੱਕ ਵਰਡ ਬਣਿਆ ਨਾ, ਸੈਲਫਿਸ਼। ਜਦੋਂ ਤਾਂ ਸਾਨੂੰ ਲੋੜ ਆ ਅਸੀਂ ਸਟੇਟਸ ਵਾਸਤੇ ਆਪਣੇ ਘਰ ਜਾਨਵਰ ਕੋਈ ਤੋਤਾ ਚਿੜੀ ਜਾਂ ਕੁੱਤਾ ਰੱਖੀਦਾ, ਕਦੀ ਇਹ ਮਨ 'ਚ ਸੋਚ ਕੇ ਨਹੀਂ ਰੱਖਿਆ ਵੀ ਹਾਂ ਅਸੀਂ ਇਸ ਕੁੱਤੇ ਦੀ ਸੇਵਾ ਕਰਨੀ ਆ ਜਾਂ ਇਹਨੂੰ ਪਾਲਣਾ ਵਾ ਜਾਂ ਕਰਨਾ ਵਾ। ਸਿਰਫ ਇੱਕ ਸਟੇਟਸ ਵਾਸਤੇ। ਜਦੋਂ ਸਾਡੇ ਕਾਬਲ ਨਹੀਂ ਰਿਹਾ, ਵਿੱਚ ਮੈਂ ਹੋ ਸਕਦਾ ਮੈਂ ਵੀ ਇੱਦਾਂ ਦਾ ਹੋਵਾਂ, ਤੇ ਅਸੀਂ ਉਹਨੂੰ ਆਪਣੇ ਘਰੋਂ ਬਾਹਰ ਕਰ ਦਈਦਾ ਵੀ ਹੁਣ ਸਾਡੇ ਤੋਂ ਇਹਦੀ ਸੇਵਾ ਨਹੀਂ ਹੁੰਦੀ। ਅੱਜ ਕੱਲ੍ਹ ਦਾ ਮਤਲਬ ਲੋਕਾਂ ਦਾ ਇਹ ਹਾਲ ਹੋ ਗਿਆ, ਆਪਣੇ ਸਗੇ ਮਾਂ ਪਿਓ ਦੀ ਸੇਵਾ ਨਹੀਂ ਕਰਨ ਨੂੰ ਤਿਆਰ, ਜੋ ਅੱਜ ਕੱਲ੍ਹ ਦੀ ਪੀੜ੍ਹੀ ਹੈ, ਤੇ ਵਿਚਾਰੇ ਜਾਨਵਰਾਂ ਦੀ ਤਾਂ ਕੀ ਕਰਨੀ ਹੈ। ਪਰ ਅਸੀਂ ਫਿਰ ਵੀ ਤਿਆਰ ਹਾਂ, ਜੇ ਕੋਈ ਨਹੀਂ ਸੇਵਾ ਕਰ ਸਕਦਾ ਸਾਡੇ ਕੋਲ ਛੱਡ ਕੇ ਜਾਵੇ, ਅਸੀਂ ਉਹਦੀ ਸੇਵਾ ਕਰਨ ਨੂੰ ਹਰ ਵੇਲੇ ਤਿਆਰ ਹਾਂ। ਜਿਹੜਾ ਵੀ ਤੁਹਾਡੇ ਕੋਲ ਇੱਥੇ ਪਸ਼ੂ ਆਉਂਦਾ ਜਾਂ ਪੰਛੀ ਆਉਂਦਾ ਹੈ, ਉਹ ਫਿਰ ਤੁਹਾਡੇ ਤੱਕ ਅਪਰੋਚ ਕਿਵੇਂ ਕਰਦੇ ਨੇ, ਜਾਂ ਤੁਹਾਡਾ ਕੋਈ ਨਾ ਕੋਈ ਨੰਬਰ ਜਾਰੀ ਤੁਸੀਂ ਕੀਤਾ ਹੋਇਆ ਜਾਂ ਕਿਸ ਤਰੀਕੇ ਨਾਲ? ਹਾਂਜੀ ਹਾਂਜੀ ਮੈਮ, ਸਾਡਾ ਇੱਕ ਨੰਬਰ ਡਾਕਟਰ ਸਾਹਿਬ ਦਾ ਹੀ ਹੈਗਾ। ਮਤਲਬ ਤਕਰੀਬਨ ਸਭ ਨੂੰ ਪਤਾ ਚੱਲ ਗਿਆ ਵੀ ਇੱਦਾਂ ਦਾ ਇੱਕ ਇੱਥੇ ਪੁਲਿਸ ਲਾਈਨ 'ਚ ਇੱਕ ਗਊਸ਼ਾਲਾ ਹੈਗੀ ਹੈ ਜਿੱਥੇ ਬਿਮਾਰ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ। ਫਿਰ ਉਹ ਸਾਨੂੰ ਅਪਰੋਚ ਕਰਦੇ ਆ, ਜੇ ਤਾਂ ਉਹ ਛੱਡ ਕੇ ਚੱਲ ਜਾਣ ਬਹੁਤ ਮੱਚ ਬੈਟਰ, ਨਹੀਂ ਤਾਂ ਫਿਰ ਅਸੀਂ ਆਪਣੇ ਖਰਚੇ ਤੇ ਉੱਥੋਂ ਟੈਂਪੂ ਭੇਜ ਕੇ ਉਹਨਾਂ ਨੂੰ ਪਸ਼ੂ ਨੂੰ ਲੈ ਆਈਦਾ ਇੱਥੇ। ਹਾਂਜੀ ਹਾਂਜੀ। ਅੱਛਾ, ਇੱਕ ਚੀਜ਼ ਹੋਰ ਹੈ, ਹੈਰਾਨੀ ਦੀ ਗੱਲ ਹੈ ਕਿ ਜਦੋਂ ਅਸੀਂ ਇਸ ਗਊਸ਼ਾਲਾ ਦੀ ਗੱਲ ਕਰਦੇ ਹਾਂ, ਆਪਾਂ ਜਲੰਧਰ ਸ਼ਹਿਰ ਦੀ ਪਹਿਲਾਂ ਗੱਲ ਕਰ ਲਈਏ, ਇਦਾਂ ਪੂਰੇ ਪੰਜਾਬ ਦੇ ਵਿੱਚ ਕਿੰਨੀਆਂ ਕੁ ਗਊਸ਼ਾਲਾ ਹੋਣਗੀਆਂ ਜੇ ਅਸੀਂ ਮੋਟਾ ਜਿਹਾ ਅਨੁਮਾਨ ਲਗਾਈਏ ਤੁਹਾਡੇ ਅਕੋਰਡਿੰਗਲੀ? ਮੈਡਮ ਗਊਸ਼ਾਲਾ ਤਾਂ ਦੇਖੋ ਪੰਜਾਬ 'ਚ ਬਹੁਤ ਆਉਣਗੀਆਂ, ਮੈਂ ਨਹੀਂ ਕਹਿੰਦਾ, ਪਰ ਜਿਹੜੀਆਂ ਗਊਆਂ ਨੂੰ ਸਹੀ ਲੋੜ ਹੈ, ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਲੋੜ ਆ, ਉਹ ਬਹੁਤ ਘੱਟ ਹੋਣਗੀਆਂ ਪੰਜਾਬ 'ਚ। ਮੇਰਾ ਤਾਂ ਹੁਣ ਇਹ ਮੰਨਣਾ ਵੀ ਪੰਜਾਬ ਗੌਰਮੈਂਟ ਨੂੰ ਇਹ ਚਾਹੀਦਾ ਵਾ ਵੀ ਜੇ ਗਊਸ਼ਾਲਾ ਦੀ ਆਪਾਂ ਅਪਰੂਵਲ ਦਿੰਦੇ ਆ ਕਿਸੇ ਨੂੰ, ਤੇ ਨਾਲ ਉਹਨਾਂ ਦੇ ਟ੍ਰੀਟਮੈਂਟ ਦੀ ਵੀ ਕੀ ਉਹਨਾਂ ਕੋਲ ਵਿਵਸਥਾ, ਉਹਦਾ ਵੀ ਉਹਨਾਂ ਨੂੰ ਪੂਰਾ ਵੇਰਵਾ ਲੈਣਾ ਚਾਹੀਦਾ ਜੀ। ਕਿਉਂਕਿ ਜਦੋਂ ਅਸੀਂ ਗਊਸ਼ਾਲਾ ਦੀ, ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੂੰ ਅਸੀਂ ਅਪਰੂਵਲ ਦੇ ਦਿੱਤੀ, ਉਸ ਤੋਂ ਬਾਅਦ ਉਸ ਗਊਸ਼ਾਲਾ ਦੇ ਵਿੱਚ ਕਿੰਨੇ ਸਹੀ ਤਰੀਕੇ ਦੇ ਨਾਲ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ, ਇੱਕ ਤਾਂ ਇਹ ਸਵਾਲ ਹੈ। ਦੂਜਾ, ਉਹਦੇ ਬਾਵਜੂਦ ਸਾਡੇ ਸੜਕਾਂ ਤੇ ਘੁੰਮਣ ਵਾਲੀਆਂ ਗਾਵਾਂ, ਸੜਕਾਂ ਤੇ ਘੁੰਮਣ ਵਾਲੇ ਜ਼ਖਮੀ ਜਿਹੜੇ ਕੁੱਤੇ ਜਾਨਵਰ ਨੇ, ਪੰਛੀ, ਉਹਨਾਂ ਦੀ ਫਿਰ ਵੀ ਕਿਉਂ ਗਿਣਤੀ ਵੱਧਦੀ ਜਾ ਰਹੀ ਹੈ? ਮੈਂ ਐਕਚੁਅਲੀ ਲੋਕਾਂ ਦਾ ਨਾ ਧਿਆਨ ਇਸ ਚੀਜ਼ ਵੱਲ ਨਹੀਂ ਆ, ਬਸ ਵਿਚਾਰੇ ਰੋਡ ਤੇ ਪਏ ਆ ਜਾਨਵਰ, ਕੋਈ ਕਿਸੇ ਵੱਲ ਕੇਅਰ ਨਹੀਂ, ਧਿਆਨ ਨਹੀਂ ਦਿੰਦਾ। ਬਹੁਤ ਘੱਟ ਸੰਸਥਾਵਾਂ ਵਾ ਜਿਹੜੀਆਂ ਇਸ ਚੀਜ਼ ਵੱਲ ਧਿਆਨ ਦੇ ਰਹੀਆਂ, ਤੇ ਜਿੰਨਾ ਕੁ ਹੋ ਸਕਦਾ ਉਹਨਾਂ ਨੂੰ ਪਾਲਣ ਪੋਸ਼ਣ ਕਰਦੀਆਂ ਪਈਆਂ। ਮੇਰੇ ਹਿਸਾਬ ਨਾਲ ਤਾਂ ਗਊਸ਼ਾਲਾ ਖੋਲ੍ਹਣ ਦੀ ਬਜਾਏ ਜਿਹੜੇ ਰੋਡ ਤੇ ਗਊਆਂ ਘੁੰਮਦੀਆਂ, ਬਿਮਾਰ ਗਊਆਂ, ਉਹਨਾਂ ਦੀ ਕੇਅਰ ਕਰਨੀ ਚਾਹੀਦੀ ਹੈ, ਉਹਨਾਂ ਦਾ ਇਲਾਜ ਪ੍ਰੋਪਰ ਕਰਨਾ ਚਾਹੀਦਾ। ਇਹੀ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਵੱਡੀ ਸੇਵਾ ਵਾ। ਫੰਡਿੰਗ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਗਊਸ਼ਾਲਾ ਦੀ ਇਹਨਾਂ ਦੀ ਫੰਡਿੰਗ ਕਿੱਥੋਂ ਹੁੰਦੀ ਆ? ਕੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਕਿ ਤੁਸੀਂ ਮੰਨ ਲਓ ਕੋਈ ਜਾਨਵਰ ਤੁਹਾਡੇ ਤੱਕ ਪਹੁੰਚਿਆ, ਜਾਂ ਤੁਸੀਂ ਕਿਸੇ ਨੂੰ ਆਪਣੀ ਵੈਨ ਦੇ ਵਿੱਚ ਜਾ ਕੇ ਲੈ ਕੇ ਆਏ, ਤੇ ਫਿਰ ਉਹਦੇ ਪ੍ਰੋਪਰ ਟ੍ਰੀਟਮੈਂਟ ਤੋਂ ਲੈ ਕੇ ਉਹਦਾ ਖਾਣ ਪੀਣ, ਇੱਕ ਲੰਬਾ ਪ੍ਰੋਸੈਸ ਆ, ਉਹ ਸਾਰਾ ਖਰਚਾ ਜਿਹੜਾ ਗਵਰਨਮੈਂਟ ਦੇ ਹਿੱਸੇਦਾਰ ਆਉਂਦਾ, ਕਿੱਦਾਂ ਫੰਡਿੰਗ ਹੁੰਦੀ ਹੈ? ਮੈਮ ਦੇਖੋ, ਸਾਰਾ ਤਾਂ ਨਹੀਂ ਗਵਰਨਮੈਂਟ ਸ਼ੇਅਰ ਕਰਦੀ, ਇਹ 'ਚ ਮੇਰੇ ਅੰਦਾਜ਼ੇ ਨਾਲ ਕੋਈ 40% ਗਵਰਨਮੈਂਟ ਸ਼ੇਅਰ ਕਰਦੀ ਹੈ, ਬਾਕੀ ਤਾਂ ਕੁਝ ਵਿਚਾਰੇ ਟਰਸਟੀ ਹੈ, ਕੁਝ ਜਿਹੜੇ ਕੋਈ ਆਪਣੇ ਦਾਨੀ ਸੱਜਣ ਹੈ, ਉਹ ਕੋਈ ਨਾ ਕੋਈ ਆ ਕੇ ਆਪਣਾ ਸਹਿਯੋਗ ਦਿੰਦੇ ਆ, ਉਹਦੇ ਨਾਲ ਹੀ ਇਹ ਸਾਰਾ ਕੁਝ ਚੱਲਦਾ ਪਿਆ। ਅਸੀਂ ਜਿੰਨੇ ਵੀ NGOs ਦੇ ਨਾਲ ਵਿਕਾਸ ਜੀ ਗੱਲ ਕੀਤੀ, ਇੱਕ ਬੜੀ ਹੈਰਾਨੀ ਵਾਲੀ ਜਿਹੜੀ ਗੱਲ ਉਹ ਸਾਹਮਣੇ ਆਈ, ਉਹ ਇਹ ਆਈ ਹੈ ਕਿ ਜਿੰਨੀਆਂ ਵੀ NGOs ਨੇ ਉਹ ਵੱਡੇ ਪੱਧਰ ਤੇ ਪੰਜਾਬ 'ਚ ਇੱਥੇ ਕੰਮ ਕਰ ਰਹੀਆਂ। ਮੈਂ ਸਿਰਫ ਅਜੇ ਪੰਜਾਬ ਸਟੇਟ ਦੀ ਗੱਲ ਲੱਗੀਆਂ ਕਰਨ, ਤੇ ਇਹ ਵੀ ਗਊਸ਼ਾਲਾ ਇੱਕ ਤਰੀਕੇ ਦਾ NGO ਦਾ ਇੱਕ ਰੂਪ ਆ। ਜਦੋਂ ਅਸੀਂ ਗੱਲ ਕਰਦੇ ਹਾਂ ਫਿਰ ਪੰਜਾਬ ਨੂੰ ਚਲਾਉਣ ਦੀ, ਤੇ ਜਿਹੜੀ ਮੈਂ ਗੱਲ ਇੰਟਰਵਿਊ ਤੋਂ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ ਆਫ ਦਾ ਰਿਕਾਰਡ, ਉਹ ਇਹ ਸੀ ਕਿ ਫਿਰ ਕਿੱਥੇ ਲੱਗਦਾ ਆਪਾਂ ਨੂੰ ਕਿ ਪੰਜਾਬ ਨੂੰ ਸਰਕਾਰਾਂ ਚਲਾ ਰਹੀਆਂ ਕਿ ਪੰਜਾਬ ਨੂੰ NGOs ਚਲਾ ਰਹੀਆਂ ਨੇ? ਮੈਮ ਮੇਰੇ ਖਿਆਲ ਤਾਂ ਪੰਜਾਬ ਨੂੰ ਇਸ ਵੇਲੇ NGO ਹੀ ਚਲਾ ਰਹੇ ਜੀ ਜ਼ਿਆਦਾ, ਕਿਉਂਕਿ ਸਰਕਾਰਾਂ ਦੀ ਤਾਂ ਆਪਣੀਆਂ ਨਹੀਂ ਲੜਾਈਆਂ ਮੁੱਕ ਰਹੀਆਂ ਇਸ ਵੇਲੇ। ਪਾਰਟੀਆਂ ਕਈ ਹੋ ਗਈਆਂ ਜੋ ਆਪਸ ਹੀ ਲੜ ਰਹੀਆਂ, ਤੇ ਮੇਰੇ ਹਿਸਾਬ ਨਾਲ ਡਿਵੈਲਪਮੈਂਟ ਵੱਲ ਤਾਂ ਹਲੇ ਕਿਸੇ ਸਰਕਾਰ ਦਾ ਧਿਆਨ ਨਹੀਂ ਲੱਗ ਰਿਹਾ। ਹੁਣ ਨਵੀਂ ਸਰਕਾਰ ਆਈ ਹੈ, ਚਲੋ ਇਹ ਤੋਂ ਉਮੀਦ ਹੈ ਜੇ ਇਹ ਕੁਝ ਕਰਨ, ਬਾਕੀ NGO ਨਾ ਹੋਣ ਤਾਂ ਮੇਰੇ ਹਿਸਾਬ ਨਾਲ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਜਾਏਗਾ ਜੀ। ਅੱਛਾ, ਇੱਕ ਚੀਜ਼ ਹੋਰ ਹੈ, ਜਦੋਂ ਅਸੀਂ ਗੱਲ ਕੀਤੀ ਕਿ ਇੱਥੇ ਪੰਛੀ ਹੈ, ਬਾਜ਼ ਔਰ ਪੰਛੀ ਦੀ ਗੱਲ ਕਰਦੇ, ਤੇ ਇਦਾਂ ਦਾ ਪੰਛੀ ਹੈ ਕਿ ਹੁਣ ਕਿਤੇ ਸ਼ਾਇਦ ਦੇਖਿਆ ਹੀ ਨਹੀਂ ਇੱਥੇ ਆਉਂਦਾ, ਸਾਨੂੰ ਛੇਤੀ ਕਿਤੇ ਨਹੀਂ ਅਸੀਂ ਦੇਖਣ ਨੂੰ ਮਿਲਦਾ। 3 ਬਾਜ਼ ਨੇ ਇੱਥੇ। ਇਹ ਕੌਣ ਤੁਹਾਡੇ ਕੋਲ ਛੱਡ ਕੇ ਗਿਆ ਜਾਂ ਤੁਸੀਂ ਲੈ ਕੇ ਆਏ, ਤੇ ਇਹਦੀ ਜਿਹੜੀ ਇਹ ਕੰਡੀਸ਼ਨ ਹੈ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਸੁਧਾਰ ਇਹਨਾਂ 'ਚ ਹੋ ਰਿਹਾ? ਮੈਮ ਬਾਜ਼ ਪਹਿਲਾਂ ਤਾਂ ਛੱਡ ਕੇ ਕੋਈ ਨਹੀਂ ਗਿਆ, ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਵੀ ਫਲਾਣੀ ਜਗ੍ਹਾ ਪੰਛੀ ਇੱਕ ਵਿਚਾਰਾ ਤੜਪਦਾ ਪਿਆ, ਲਹੂ ਲੁਹਾਨ ਹੋਇਆ, ਫਿਰ ਅਸੀਂ ਗਏ ਉੱਥੋਂ ਲੈ ਕੇ ਆਏ ਉਹਨੂੰ, ਤੇ ਉਹ ਬਾਜ਼ ਸੀਗਾ। ਚਲੋ ਤੁਹਾਨੂੰ ਪਤਾ ਬਾਜ਼ ਨੂੰ ਟ੍ਰੀਟਮੈਂਟ ਕਰਨਾ ਸੌਖਾ ਨਹੀਂ ਹੈ, ਪਰ ਸਾਡੇ ਮੁੰਡਿਆਂ ਨੇ, ਸਾਡੇ ਡਾਕਟਰ ਸਾਹਿਬ ਨੇ ਫਿਰ ਵੀ ਬੜੀ ਹਿੰਮਤ ਕੀਤੀ। ਚਲੋ 4 ਬਾਜ਼ ਸੀ ਸਾਡੇ ਇੱਥੇ, ਤੇ ਇੱਕ ਦੀ ਹੁਣ ਲਾਸਟ ਥੋੜ੍ਹੇ ਦਿਨ ਪਹਿਲਾਂ ਉਹਦੀ ਡੈਥ ਹੋ ਗਈ, ਏਜਡ ਹੋ ਗਿਆ ਸੀ ਥੋੜ੍ਹਾ ਜਿਹਾ, ਤੇ ਹੁਣ 3 ਬਾਜ਼ ਬਿਲਕੁਲ ਪ੍ਰੋਪਰ ਸਹੀ ਆ। ਉਹਨਾਂ ਦੇ ਪਰ ਵੱਢ ਚੁੱਕੇ ਆ ਉਹਦੇ 'ਚ ਮਿਸ ਹੈਪਨਿੰਗ, ਪਰ ਹੁਣ ਬਿਲਕੁਲ ਠੀਕ ਹੈ। ਤੇ ਇੱਦਾਂ ਹੀ ਜਿੱਦਾਂ ਹੀ ਸਾਨੂੰ ਪਤਾ ਲੱਗਦਾ, ਫਿਰ ਅਸੀਂ ਸਾਨੂੰ ਕੋਈ ਲੋਕੀ ਅਪਰੋਚ ਕਰਦੇ ਆ ਜਾਂ ਅਸੀਂ ਜਾ ਕੇ ਉੱਥੋਂ ਲੈ ਆਈਦਾ ਉਹਨਾਂ। ਸਾਡੇ ਕੋਲ ਉਸ ਤੋਂ ਬਾਅਦ ਮੈਮ ਬਾਜ਼ ਤੋਂ ਬਾਅਦ ਇੱਕ ਗਾਂ ਸਾਨੂੰ ਕਿਸੇ ਨੇ ਦੱਸਿਆ, ਬਲਾਈਂਡ ਗਾਂ ਸੀਗੀ,
ਉਹਦੀ ਅਸੀਂ ਕਾਫੀ ਦੇਰ ਸੇਵਾ ਕੀਤੀ, ਕਾਫੀ ਏਜਡ ਹੋ ਗਈ। ਫਿਰ ਲਾਸਟ ਉਹ ਵੀ ਕੋਈ 4-5 ਮਹੀਨੇ ਪਹਿਲਾਂ ਉਹਦੀ ਡੈਥ ਹੋਈ ਹੈ ਗਾਂ ਦੀ। ਉਹ ਵਿਚਾਰੀ ਬਿਲਕੁਲ ਅੰਨੀ ਸੀ, ਮੁੰਡੇ ਹੀ ਸਾਡੇ ਸੇਵਾ ਕਰਦੇ ਸੀ ਉਹਦੀ। ਉਸ ਤੋਂ ਬਾਅਦ ਸਾਨੂੰ ਫਿਰ ਕਿਸੇ ਨੇ ਇੱਕ ਦਿਨ ਫੋਨ ਕੀਤਾ ਕਿ ਇੱਕ ਮੌਂਕੀ ਵਿਚਾਰਾ ਤੜਪ ਰਿਹਾ ਤੇ ਬੇਹੋਸ਼ ਹੋਇਆ ਸੀ, ਉਹਦਾ ਕਾਫੀ ਬਲੀਡਿੰਗ ਹੋ ਚੁੱਕੀ ਸੀ। ਤੇ ਜਦੋਂ ਅਸੀਂ ਦੇਖਿਆ ਬਿਜਲੀ ਦੀ ਤਾਰ ਤੋਂ ਉਹਨੂੰ ਕੋਈ ਕਰੰਟ ਪਿਆ, ਤੋਂ ਥੱਲੇ ਗਿਰਿਆ, ਥੱਲੇ ਜਾਂ ਤਾਂ ਕੋਈ ਵਾਹੀਕਲ ਉਹਦੇ ਉੱਤੇ ਨਿਕਲ ਗਿਆ। ਤੇ ਜਦੋਂ ਤੱਕ ਅਸੀਂ ਉਹਨੂੰ ਲੈ ਕੇ ਆਏ, ਉਹ ਵਿਚਾਰੇ ਦੀ ਕਾਫੀ ਬਲੀਡਿੰਗ ਹੋ ਚੁੱਕੀ ਸੀ। ਇਨ ਬਿਟਵੀਨ ਸਾਨੂੰ ਅਸੀਂ ਕਾਫੀ ਡਾਕਟਰ ਸਾਹਿਬ ਨੇ ਕੋਸ਼ਿਸ਼ ਕੀਤੀ, ਪਰ ਸਾਨੂੰ ਫਿਰ ਉਹਦੀ ਬਾਂਹ ਵੱਢਣੀ ਪਈ। ਫਿਰ ਉਹਦਾ ਅਸੀਂ ਕਾਫੀ ਦੇਰ ਟ੍ਰੀਟਮੈਂਟ ਕਰਦੇ, ਕਾਫੀ ਠੀਕ ਰਿਹਾ। ਹੁਣ ਲਾਸਟ ਉਹ ਵੀ ਥੋੜ੍ਹੇ ਦਿਨ ਪਹਿਲਾਂ ਉਹਦੀ ਮਤਲਬ ਪੂਰਾ ਹੋ ਗਿਆ ਉਹ ਵੀ ਜੀ। ਸੋ ਇਹ ਚੈਲੰਜਿੰਗ ਹੈ ਆਪਣੇ ਆਪ ਦੇ ਵਿੱਚ। ਮੈਂ ਇੱਥੇ ਇੱਕ ਬਹੁਤ ਮੋਟੇ ਸੰਗਲ ਵੀ ਦੇਖੇ ਆ ਜਿਹੜੇ ਤੁਸੀਂ ਉੱਪਰ ਪੋਲ ਦੇ ਨਾਲ ਟੰਗੇ ਹੋਏ ਆ, ਉਹ ਕਿਸ ਪਰਪਸ ਲਈ ਨੇ? ਇਹ ਮੋਟੇ ਸੰਗਲ ਮੈਮ ਜਿੱਦਾਂ ਕੋਈ ਐਕਸੀਡੈਂਟਲ ਕੋਈ ਗਾਂ ਆ ਜਾਂ ਕੋਈ ਪਸ਼ੂ ਆ ਜਿਹੜਾ ਨਹੀਂ ਖੜਾ ਹੋ ਸਕਦਾ, ਫਿਰ ਸਾਡੇ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਕੋਸ਼ਿਸ਼ ਕਰਦੀ ਹੈ ਜਿੱਦਾਂ ਬੰਦੇ ਦੀ ਲੱਤ ਨੂੰ ਕੋਈ ਪਲਸਤਰ ਕਰਨਾ ਵਾ, ਫਿਰ ਹੌਲੀ ਹੌਲੀ ਉੱਤੇ ਭਾਰ ਪਾਈਦਾ ਜੀ। ਜੋ ਵੀ ਟ੍ਰੀਟਮੈਂਟ ਦਾ ਹਿੱਸਾ ਉਹ ਸਾਰਾ ਸੰਗਲ ਆਣਾ, ਫਿਰ ਆਪਾਂ ਉਹਨਾਂ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਉਹ ਮੁੜ ਤੋਂ ਆਪਣੀ ਲੱਤਾਂ 'ਤੇ ਖੜੇ ਹੋ ਜਾਣ। ਜਦੋਂ ਕੋਈ ਜਾਨਵਰ ਮੁੜ ਤੋਂ ਦੁਬਾਰਾ ਆਪਣੀ ਜ਼ਿੰਦਗੀ ਦੇ ਵਿੱਚ ਨਾਰਮਲ ਹੋ ਜਾਂਦਾ, ਤੁਹਾਨੂੰ ਲੱਗਦਾ ਕਿ ਦਾ ਟ੍ਰੀਟਮੈਂਟ ਕੰਪਲੀਟ ਹੋ ਗਿਆ, ਬਸ਼ਰਤੇ ਕਿ ਉਹਦੀ ਕਈ ਵਾਰੀ ਕੋਈ ਅੰਗ ਵੱਢਣਾ ਪੈ ਗਿਆ, ਕੀ ਫਿਰ ਜਿਹੜੇ ਲੋਕ ਉਹਨੂੰ ਛੱਡ ਕੇ ਜਾਂਦੇ ਆ ਉਹ ਉਹਨੂੰ ਅਪਣਾਉਣਾ ਚਾਹੁੰਦੇ ਆ ਕਿ ਅਸੀਂ ਇਹਨੂੰ ਦੁਬਾਰਾ ਰੱਖਾਂਗੇ ਆਪਣੇ ਕੋਲ? ਮੈਂ ਇੱਦਾਂ ਦਾ ਕਈ ਵਾਰ ਹੋਇਆ ਜਿੱਦਾਂ ਕੋਈ ਛੱਡ ਜਾਂਦਾ ਇੱਥੇ ਜੀ, ਹਾਂਜੀ ਇਹਦੀ ਲੱਤ ਟੁੱਟ ਗਈ ਆ ਜੀ ਦੇਖ ਲਓ, ਜਾਂ ਵੱਢਣੀ ਪੈ ਗਈ ਕੁਝ, ਫਿਰ ਅਸੀਂ ਉਹਨਾਂ ਨੂੰ ਫੋਨ ਕਰੀਦਾ, ਉਹਨਾਂ ਦਾ ਫੋਨ ਨੰਬਰ ਲੈ ਲਈਦਾ, ਫਿਰ ਅਸੀਂ ਉਹਨਾਂ ਨੂੰ ਅਪਰੋਚ ਕਰੀਦਾ ਵੀ ਤੁਹਾਡਾ ਇੱਦਾਂ ਹੁਣ ਠੀਕ ਹੈ, ਇਹਨੂੰ ਜਾਨਵਰ ਨੂੰ ਲੈ ਜਾਓ। ਪਰ ਮੋਸਟਲੀ ਕੋਈ ਵੀ ਨਹੀਂ ਆਉਂਦਾ ਮੈਨੂੰ ਲੈਣ। 99% ਲੋਕੀ ਛੱਡ ਜਾਂਦੇ ਵੀ ਹੁਣ ਤੁਸੀਂ ਇਹਦੀ ਸੇਵਾ ਕਰੋ ਜੀ, ਅਸੀਂ ਨਹੀਂ ਲਿਜਾ ਸਕਦੇ। ਫਿਰ ਉਹ ਅਸੀਂ ਮਤਲਬ ਆਪਣੇ ਹੱਥੀਂ ਠੀਕ ਕੀਤਾ, ਉਹਨੂੰ ਛੱਡ ਨਹੀਂ ਸਕਦੇ, ਫਿਰ ਅਸੀਂ ਉਹਦੀ ਹੱਥੀਂ ਸੇਵਾ ਕਰੀਦੀ ਹੈ ਜੀ ਜੋ। ਇਹਦਾ ਮਤਲਬ ਕਿ ਜਿਹੜੇ ਵੀ ਅਸੀਂ ਪੰਛੀਆਂ ਨੂੰ, ਅਸੀਂ ਲੋਕ ਘਰਾਂ ਦੇ ਵਿੱਚ, ਇੱਕ ਇਨਸਾਨੀ ਫਿਤਰਤ ਹੈ ਕਿ ਅਸੀਂ ਲੋਕ ਜਿਹੜੇ ਵੀ ਪੰਛੀਆਂ ਨੂੰ, ਜਾਨਵਰਾਂ ਨੂੰ ਘਰਾਂ ਦੇ ਵਿੱਚ ਰੱਖਦੇ ਸਿਰਫ ਆਪਣੇ ਨਿੱਜੀ ਮੰਤਵ ਦੇ ਲਈ ਰੱਖਦੇ ਹਾਂ। ਬਹੁਤ ਸਾਰੀਆਂ, ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਤਾਦਾਦ ਤੁਹਾਡੇ ਕੋਲ ਪਸ਼ੂਆਂ ਦੀ ਤੇ ਡੌਗੀਜ਼ ਦੀ ਆ ਇਸ ਸਮੇਂ, ਕਿੰਨੇ ਹੋਣਗੇ ਅੰਦਾਜ਼ਾ? ਮੈਮ ਪਸ਼ੂ ਸਾਡੇ ਕੋਲ ਅਰਾਊਂਡ ਅਬਾਊਟ 250 ਤੋਂ 300 ਦੇ ਕਰੀਬ ਹੈ ਜੀ, ਤੇ ਡੌਗ ਸਾਡੇ ਕੋਲ 50 ਵੱਬ ਹੈ ਜੀ। ਤੇ ਕਿੰਨੀ ਟੀਮ ਹੈ ਫਿਰ ਡਾਕਟਰਸ ਦੀ, ਬਾਕੀ ਜਿਹੜੇ ਬੱਚਿਆਂ ਦੀ, ਲੜਕਿਆਂ ਦੀ ਜਿਹੜੇ ਸੰਭਾਲਦੇ ਆ? ਮੈਮ ਸਾਡੇ 3 ਤੇ ਡਾਕਟਰ ਹੀ ਹੈ ਮੈਮ, ਔਰ ਸਾਡੇ 10 ਤੋਂ 12 ਲੜਕੇ ਆ ਜਿਹੜੇ ਵਿਚਾਰੇ ਦਿਨ ਰਾਤ ਇੱਥੇ ਸੇਵਾ ਕਰਦੇ, ਇੱਥੇ ਹੀ ਰਹਿੰਦੇ ਆ, ਇੱਥੇ ਹੀ ਉਹਨਾਂ ਦਾ ਖਾਣ ਪੀਣ ਹੈ, ਸਾਰੀ ਸੇਵਾ ਦਿਨ ਰਾਤ, ਮਤਲਬ ਸਵੇਰੇ ਉੱਠ ਜਾਂਦੇ ਤੇ ਰਾਤ ਤੱਕ ਇੱਥੇ ਹੀ ਸੇਵਾ ਕਰਦੇ। ਕਈ ਤਾਂ ਵਿਚਾਰੇ ਸਟਾਫ ਇੱਥੇ ਹੀ ਜਿਹੜਾ ਆਪਣੀ ਫੈਮਿਲੀ ਲੈ ਕੇ ਇੱਥੇ ਹੀ ਹੁਣ ਰਹਿਣ ਲੱਗ ਪਿਆ ਸੇਵਾ ਕਰਕੇ। ਤੇ ਕਈ ਵਾਰ ਤਾਂ ਮਤਲਬ ਕੋਈ ਜਾਨਵਰ ਇੰਨਾ ਵਾਇਲੈਂਟ ਹੋ ਜਾਂਦਾ। ਹੁਣ ਸਾਡਾ ਲਾਸਟ ਇੱਕ ਵਿਚਾਰਾ ਮੁੰਡਾ ਸੇਵਾਦਾਰ ਹੈਗਾ, ਮੌਂਕੀ ਦਾ ਟ੍ਰੀਟਮੈਂਟ ਕਰਦਾ ਪਿਆ ਸੀ, ਪਰ ਉਹ ਮੌਂਕੀ ਇੰਨਾ ਕੁ ਵਾਇਲੈਂਟ ਹੋ ਗਿਆ, ਉਹਨੇ ਉਹਦੇ ਮਤਲਬ ਦੰਦੀ ਮਾਰੀ ਤੇ ਉਹਨੂੰ ਸਾਨੂੰ ਉਹਦੀ ਸਟਿਚਿੰਗ ਕਰਾਉਣੀ ਪਈ। ਤੇ ਕਈ ਵਾਰ ਤਾਂ ਵਿਚਾਰੇ ਸਾਡੇ ਜਿਹੜੇ ਆ ਸੇਵਾਦਾਰ ਹੈ, ਇਹਨਾਂ ਦੀ ਵੀ ਸਾਨੂੰ ਨਾ ਪੂਰੀ ਕੇਅਰ ਕਰਨੀ ਪੈਂਦੀ ਹੈ ਵੀ ਕੋਈ ਜਾਨਵਰ ਵਾਇਲੈਂਟ ਨਾ ਹੋ ਜਾਵੇ। ਬਿਕਾਜ਼ ਇੱਕ ਇਹ 'ਚੋਂ ਬੜਾ ਚੈਲੰਜਿੰਗ ਸਵਾਲ ਜਿਹੜਾ ਜ਼ਿਹਨ ਦੇ ਵਿੱਚ ਆਉਂਦਾ ਉਹ ਇਹ ਹੈ ਕਿ ਜਿਹੜੇ ਲੋਕ ਨੇ ਇੱਥੇ ਜ਼ਖਮੀ, ਤੇ ਖਾਸ ਕਰਕੇ ਇਹੋ ਜਿਹੇ ਪੰਛੀਆਂ ਦੀ, ਪਸ਼ੂਆਂ ਦੇ ਵਿੱਚ ਰਹਿਣਾ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਨਾਲ ਮੌਤ ਨਾਲ ਖੇਲਣ ਦੇ ਬਰਾਬਰ ਹੀ ਹੈ, ਕਿਉਂਕਿ ਕਿਸੇ ਸਮੇਂ ਉਹ ਕਿੱਦਾਂ ਦਾ ਰਿਐਕਟ ਕਰਨ ਤੁਹਾਨੂੰ ਨਹੀਂ ਪਤਾ। ਫਿਰ ਜਿਹੜਾ ਇੱਥੇ ਸਟਾਫ ਕੰਮ ਕਰਦਾ, ਤੁਸੀਂ ਵੀ ਇੱਥੇ ਆਉਂਦੇ ਹੋ, ਕਿ ਇਹਨਾਂ ਦੀ ਸੁਰੱਖਿਆ ਦੇ ਲਈ, ਇੰਸ਼ੋਰੈਂਸ, ਸਿਹਤ ਦੇ ਲਈ ਕੋਈ ਬੀਮਾ ਯੋਜਨਾ ਕੀ ਸਰਕਾਰ ਦੇ ਵੱਲੋਂ ਕੋਈ ਕੀਤੀ ਗਈ ਹੈ? ਨਹੀਂ ਮੈਮ, ਹਾਲੇ ਤਾਂ ਇੱਦਾਂ ਦੀ ਕੋਈ ਸਰਕਾਰ ਨੇ ਕੋਈ ਬੀਮਾ ਯੋਜਨਾ ਨਹੀਂ ਸ਼ੁਰੂ ਕੀਤੀ। ਕੁਝ ਮਿਸ ਹੈਪਨਿੰਗ ਰੱਬ ਨਾ ਕਰੇ ਹੋ ਜਾਵੇ, ਪਰ ਹਾਲੇ ਤੱਕ ਤਾਂ ਚਲੋ ਪ੍ਰਭੂ ਦੀ ਕਿਰਪਾ ਵਾ। ਫਿਰ ਉਹ ਅਸੀਂ ਆਪਣੇ ਵੱਲੋਂ ਹੀ ਉਹਦਾ ਸਾਰਾ ਟ੍ਰੀਟਮੈਂਟ ਕਰਵਾਈਦਾ ਉਸ ਬੰਦੇ ਦਾ, ਤੇ ਜੋ ਵੀ ਬਣ ਸਕੇ ਉਹਦਾ ਅਸੀਂ ਕਰਕੇ ਦੇਈਦਾ ਜੀ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਜਾਨਵਰਾਂ ਦੀ, ਉਹ ਪਸ਼ੂਆਂ ਦੀ, ਜਦੋਂ ਤੁਹਾਨੂੰ ਲੱਗਦਾ ਕਿ ਉਹ ਬੁੱਢੇ ਹੋ ਗਏ ਜਾਂ ਉਸ ਤੋਂ ਬਾਅਦ ਉਹ ਮਰ ਜਾਂਦੇ ਆ, ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜੀਆਂ ਅੰਤਮ ਰਸਮਾਂ ਨੇ, ਜੋ ਵੀ ਉਹਨਾਂ ਦਾ ਇੱਕ ਕਿਰਿਆਕਰਮ ਨੂੰ ਲੈ ਕੇ ਪ੍ਰੋਸੈਸ ਹੈਗਾ, ਉਹਦੇ ਵਿੱਚ ਵੀ ਕੋਈ ਸਰਕਾਰ ਦਾ ਕੋਈ ਰੋਲ ਹੈਗਾ ਕਿ ਜਾਂ ਫਿਰ ਉਹ ਗਊਸ਼ਾਲਾ ਆਪਣੇ ਪੱਧਰ ਤੇ ਕਰਦੀ ਹੈ? ਨਹੀਂ ਮੈਮ, ਸਰਕਾਰ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ ਜੀ। ਉਹ ਤਾਂ ਫਿਰ ਅਸੀਂ ਆਪਣੀ ਗਊਸ਼ਾਲਾ ਦੇ ਪੱਧਰ 'ਤੇ ਹੀ ਉਹਨਾਂ ਨੂੰ ਜੋ ਵੀ ਉਹਨਾਂ ਦਾ ਸੰਸਕਾਰ ਜਿੱਦਾਂ ਵੀ ਬਣਦਾ ਵਾ, ਵਿਧੀ ਵਿਧਾਨ ਨਾਲ ਉਹ ਕਰੀਦਾ, ਤੇ ਉਹਨਾਂ ਨੂੰ ਜੇ ਦਫਨਾਣਾ ਤਾਂ ਦਫਨਾ ਦੀਦਾ, ਜੋ ਉਹਨਾਂ ਦਾ ਸੰਸਕਾਰ ਜਿੱਦਾਂ ਹੋਣਾ ਉਹ ਕਰ ਦੀਦਾ। ਇਹ 'ਚ ਸਰਕਾਰ ਦਾ ਕੋਈ ਹੱਥ ਨਹੀਂ। ਇੱਕ ਮੈਂ ਹੋਰ ਗੱਲ ਸਾਰਿਆਂ ਨੂੰ ਇਹ ਖਾਸ ਤੌਰ ਤੇ ਦੱਸਣਾ ਚਾਹੁੰਦਾ, 2004 ਤੋਂ ਪਹਿਲਾਂ ਸਾਡੇ ਕੋਲ 10-12 ਸਾਲ ਪਹਿਲਾਂ ਸੋਨੂ ਗਾਂ ਇੱਕ ਹੁੰਦੀ ਸੀ। ਤੁਸੀਂ ਬਿਲੀਵ ਨਹੀਂ ਕਰੋਗੇ, ਉਹ ਗਾਂ ਕਦੀ ਮਤਲਬ ਉਹਨੇ ਬਛੜਾ ਨਹੀਂ ਦਿੱਤਾ, ਪਰ ਸਾਡੇ ਇੱਥੇ ਜਿੰਨੇ ਵੀ ਕੋਈ ਬਛੜੇ ਸੀਗੇ ਸਭ ਨੂੰ ਗਾਂ ਦਾ ਦੁੱਧ ਆਪਣੇ ਆਪ ਆਟੋਮੈਟਿਕਲੀ ਆਉਂਦਾ ਸੀ, ਤੇ ਉਹ ਸਾਰੇ ਬਛੜਿਆਂ ਨੂੰ ਦੁੱਧ ਪਿਲਾਉਂਦੀ ਸੀ। 2004 'ਚ ਗਾਂ ਡੈਥ ਹੋ ਗਈ, ਤੇ ਫਿਰ ਸਾਨੂੰ ਲੱਗਾ ਵੀ ਵਾਕਈ ਕੋਈ ਇਹਨਾਂ ਕੁਦਰਤੀ ਰੱਬ ਵੱਲੋਂ ਹੀ ਕੋਈ ਇਹ ਸਾਧੂ ਹੀ ਸੀ, ਤੇ ਅਸੀਂ ਉਹਦੀ ਇੱਥੇ ਸਮਾਧ ਬਣਾਈ ਹੈ ਤਾਂ ਕਿ ਅਸੀਂ ਉਹਨੂੰ ਯਾਦ ਕਰਦੇ ਰਹੀਏ। ਤੇ ਉਹ ਲੋਕ, ਹੁਣ ਜਾਂਦੇ ਜਾਂਦੇ ਆਪਾਂ ਇਹ ਗੱਲ ਕਰਾਂਗੇ ਕਿ ਉਹ ਲੋਕ ਜਿਹੜੇ ਸਿਰਫ ਤੇ ਸਿਰਫ ਰੱਖਣਾ ਚਾਹੁੰਦੇ ਨੇ ਪਸ਼ੂਆਂ, ਪੰਛੀਆਂ ਨੂੰ, ਜਾਨਵਰਾਂ ਨੂੰ ਆਪਣੇ ਘਰਾਂ ਦੇ ਵਿੱਚ, ਪਰ ਉਹਨਾਂ ਨੂੰ ਸੰਭਾਲਣਾ ਨਹੀਂ ਚਾਹੁੰਦੇ। ਤੁਸੀਂ 4 ਸਾਲ ਤੋਂ ਜੁੜੇ ਹੋਏ ਆ, ਤੁਸੀਂ ਇੱਥੋਂ ਦੇ ਹਾਲਾਤ ਵੀ ਦੇਖਿਆ, ਸਟਾਫ ਕਿਵੇਂ ਸਾਂਭ ਰਿਹਾ ਇਹ ਵੀ ਦੇਖਿਆ, ਲੋਕਾਂ ਦੀ ਮਾਨਸਿਕਤਾ ਨੂੰ ਵੀ ਪੜ੍ਹਿਆ। ਉਹਨਾਂ ਲੋਕਾਂ ਨੂੰ ਕੋਈ ਮਨ 'ਚ ਕਦੇ ਵਿਚਾਰ ਆਉਂਦਾ ਕਿ ਮੈਂ ਆਹ ਗੱਲ ਮਿਲਾਂਗਾ ਤਾਂ ਕਹਿਣਾ ਚਾਹਾਂਗਾ, ਜਾਂ ਇਸ ਚੈਨਲ ਦੇ ਮੰਚ ਤੋਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ?
ਮੈਂ ਮੈਮ ਇਹੀ ਉਹਨਾਂ ਲੋਕਾਂ ਨੂੰ ਕਹਿਣਾ ਚਾਹੂੰਗਾ, ਠੀਕ ਹੈ ਤੁਹਾਨੂੰ ਸ਼ੌਂਕ ਹੈ ਜਾਨਵਰ ਰੱਖਣ ਦਾ ਜਾਂ ਕੋਈ ਪਸ਼ੂ ਪੰਛੀ ਰੱਖਣ ਦਾ, ਤੇ ਤੁਸੀਂ ਉਹ ਸ਼ੌਂਕ ਕਿਸੇ ਗਊਸ਼ਾਲਾ ਜਾ ਕੇ ਪੂਰਾ ਕਰੋ, ਜਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਰੱਖੋ। ਕੱਲ੍ਹ ਨੂੰ ਇਹ ਸੋਚ ਕੇ ਚੱਲੋ ਵੀ ਕੋਈ ਜਾਨਵਰ ਹੈ ਉਹਨਾਂ ਮਿਸਹੈਪਨਿੰਗ ਹੋ ਸਕਦੀ ਹੈ, ਤੇ ਅਸੀਂ ਉਹਨੂੰ ਮਤਲਬ ਉਹਦੀ ਸੇਵਾ ਕਰ ਸਕਦੇ ਹਾਂ। ਜੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਰੱਖਣ ਦਾ ਕੋਈ ਹੱਕ ਨਹੀਂ ਹੈ। ਤੁਹਾਨੂੰ ਜ਼ਿਆਦਾ ਹੀ ਜਾਨਵਰਾਂ ਨਾਲ ਪਿਆਰ ਹੈ ਤੇ ਤੁਸੀਂ ਗਊਸ਼ਾਲਾ 'ਚ ਜਾਓ, ਉਹਨਾਂ ਦੀ ਸੇਵਾ ਕਰੋ, ਬਹੁਤ ਆਨੰਦ ਮਿਲਦਾ ਵਾ। ਆਪਾਂ ਜਾਂਦੇ ਹਾਂ ਪਾਰਟੀਆਂ ਲੱਖਾਂ ਰੁਪਈਆ ਹੀ ਖਰਚ ਕਰ ਦਿੰਦੇ ਹਾਂ, ਤੇ ਜੇ ਉਹੀ ਆਪਾਂ ਇੱਥੇ ਕੋਈ ਗਊਸ਼ਾਲਾ ਜਿਨ੍ਹਾਂ ਨੂੰ ਲੋੜ ਹੈ ਜਾਂ ਸੇਵਾ ਜਿਨ੍ਹਾਂ ਨੂੰ ਲੋੜ ਹੈ ਸੇਵਾ ਦੀ, ਉੱਥੇ ਸੇਵਾ ਕਰੀਏ ਜਾ ਕੇ, ਤਾਂ ਕਿ ਸਾਡਾ ਅਗਲਾ ਕਰਮ ਜਿਹੜਾ ਉਹ ਸੁਧਰ ਜਾਵੇ। ਇੱਕ ਵਿਕਾਸ ਦੀ ਚੀਜ਼ ਹੋਰ ਜਿਹੜੀ ਅਸੀਂ ਗੱਲ ਧਿਆਨ 'ਚ ਲਿਆਉਣਾ ਚਾਹੁੰਦੇ ਕਿ ਸਰਕਾਰ ਦੀ ਕੋਈ ਇਦਾਂ ਦੀ ਜਾਨਵਰਾਂ ਨੂੰ ਰੱਖਣ ਦੇ ਲਈ ਅਡਾਪਸ਼ਨ ਪਾਲਿਸੀ ਨਹੀਂ ਹੋਣੀ ਚਾਹੀਦੀ। ਜਿੱਦਾਂ ਅਸੀਂ ਕਹਿੰਦੇ ਕਿ ਅਸੀਂ ਕਿਸੇ ਦਾ ਬੱਚਾ ਤੱਕ ਗੋਦ ਲੈਣਾ ਆ ਤੇ ਅਸੀਂ ਉਹਦੇ ਲਈ ਪ੍ਰੋਪਰ ਇੱਕ ਪ੍ਰੋਸੈਸ ਆ, ਆਨਲਾਈਨ ਜਾਓ, ਫਾਰਮ ਭਰੋ, ਉਹਦੀ ਆਪਣੀ ਪ੍ਰੋਪਰਟੀ ਦੱਸੋ। ਤੇ ਇਹਦਾ ਮਤਲਬ ਕਿ ਅਸੀਂ ਜਿਹੜੇ ਜਾਨਵਰ ਬੋਲ ਨਹੀਂ ਸਕਦੇ, ਬੇਜ਼ੁਬਾਨੇ ਆ, ਇਹਨਾਂ ਨੂੰ ਜਦੋਂ ਮਰਜ਼ੀ ਅਸੀਂ ਰੱਖ ਲਈਏ, ਜਦੋਂ ਮਰਜ਼ੀ ਅਸੀਂ ਕੱਢ ਦਈਏ, ਇਹਨਾਂ ਨੂੰ ਲੈ ਕੇ ਕੀ ਗਵਰਨਮੈਂਟ ਨੂੰ ਐਨੀਮਲ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੋਈ ਪਾਲਿਸੀ ਨਹੀਂ ਹੋਣੀ ਚਾਹੀਦੀ? ਮੈਮ ਜ਼ਰੂਰ ਹੋਣੀ ਚਾਹੀਦੀ ਹੈ ਜੀ। ਮੈਂ ਤਾਂ ਅੱਗੇ ਵੀ ਕਈ ਲੈਟਰ ਪਾਈਆਂ ਸਰਕਾਰ ਨੂੰ, ਪਰ ਹਾਲੇ ਤੱਕ ਕੋਈ ਇੱਦਾਂ ਦਾ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ, ਨਾ ਕੋਈ ਇੱਦਾਂ ਦੀ ਕੋਈ ਪਾਲਿਸੀ ਸ਼ੁਰੂ ਕੀਤੀ ਹੈ। ਮੇਰੀ ਸਰਕਾਰ ਅੱਗੇ ਇਹ ਵੀ ਰਿਕੁਐਸਟ ਹੈ ਕਿ ਇੱਦਾਂ ਦੀ ਪਾਲਿਸੀ ਜ਼ਰੂਰ ਸ਼ੁਰੂ ਕਰਨ, ਤੇ ਤਾਂ ਕਿ ਜਿਹੜੇ ਜਾਨਵਰਾਂ ਦੀ ਅਸੀਂ ਕਰ ਸਕਦੇ ਹਾਂ ਸੇਵਾ ਉਹ ਕਰੀਏ ਤੇ ਇੱਧਰ ਧਿਆਨ ਦੇਈਏ। ਸੋ ਇਹ ਸੀ ਕਹਾਣੀ ਇੱਕ ਗਊਸ਼ਾਲਾ ਦੀ ਜਿਹੜੀ ਜਲੰਧਰ ਦੇ ਵਿੱਚ ਸੀਗੀ। ਅਸੀਂ ਵਿਕਾਸ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਜਿਹੜੇ ਕਿ ਇੱਥੇ ਆਉਂਦੇ ਨੇ ਸੇਵਾ ਕਰਨ ਦੇ ਮੰਤਵ ਦੇ ਨਾਲ ਆਪਣੇ ਪਰਿਵਾਰ ਦੇ ਨਾਲ। ਇਹਨਾਂ ਦੀ ਟੀਮ ਵੀ ਮੇਰੇ ਨਾਲ ਇੱਥੇ ਬਿਲਕੁਲ ਖੜੀ ਹੈ, ਜਿਹੜੇ ਲਗਾਤਾਰ ਉਹਨਾਂ ਦਾ ਸਾਥ ਦਿੰਦੇ ਨੇ। ਡਾਕਟਰਸ ਵੀ ਨੇ ਇਸ ਟੀਮ ਦੇ ਵਿੱਚ, ਇੱਥੇ ਕੰਮ ਕਰਨ ਵਾਲੇ ਲੜਕੇ ਵੀ ਨੇ ਜਿਹੜੇ ਸ਼ਾਇਦ ਕਈ ਵਾਰੀ ਇਸ ਤਰੀਕੇ ਦੇ ਨਾਲ ਉਹਨਾਂ ਜਾਨਵਰਾਂ ਦਾ ਸ਼ਿਕਾਰ ਵੀ ਹੋਏ ਹੋਣਗੇ, ਪਰ ਉਹਨਾਂ ਨੇ ਆਪਣੇ ਕੰਮਕਾਰ ਨੂੰ ਨਹੀਂ ਛੱਡਿਆ। ਇਹਦੇ ਬਾਵਜੂਦ ਉਹ ਲਗਾਤਾਰ ਲੱਗੇ ਹੋਏ ਨੇ। मैं 16 साल से काम कर रहा हूँ जी। उन्नाव जिला का रहने वाला हूँ। नाम पुत्तीलाल। चारा पानी डालते हैं, गाय को सेवा चारा पानी खिलाते हैं। हाँ जी, अच्छा लगता है सेवा पानी करने से, और 15-16 साल ऐसे ही सेवा करते करते गुजार दिए हैं। अब आगे जितना टाइम मिलेगा उतना कर रहे हैं। हमारा नाम सोमनाथ है, जिला बहराइच के रहने वाले हैं। यहाँ पर 10 साल से यहाँ पर काम कर रहे हैं। जो हमसे हो सकेगा उतना काम हम आगे करते जाएंगे। गौ माता की सेवा कर रहे हैं। मैं यही लोगों से कहना चाहता हूँ जो गौ माता को मानते हो तो उनको ध्यान रखना, हमेशा उनके शरण में लगे रहना, उन्हीं की सेवा से गौ माता मानते हो उसकी सेवा करना। पहले बिहार के हैं, 6 साल से काम करते हैं, गौ माता की सेवा करते हैं, गौ को चारा डालते हैं, गोबर उठाते हैं। लोगों सबको कहते हैं कि थोड़ा अच्छे से सेवा करो, कल मिलेगा, फल मिलेगा जी। बस यही चाहते हैं कि हमसे जितना सेवा हो जाए, जितना दिन होए। मेरा नाम महेंद्र है, उन्ना को रहने वाला हूँ। मैं यहाँ पे 5 साल से काम करता हूँ। यहाँ मैं सेवा करने के लिए आया हूँ। गेट में सेवा करते हैं हम लोग, उतना मैं करता हूँ, अपने ऐसे कर लेते हैं। मैं उत्तर प्रदेश ਦਾ ਰਹਿਣ ਵਾਲਾ, ਮੋਹਾਲੀ ਜ਼ਿਲ੍ਹਾ। ਮੈਂ ਇੱਥੇ ਡੋਗੀਆਂ ਦੀ ਸੇਵਾ ਕਰਦਾ, ਤੇ ਇੱਥੇ ਪੰਜਾਬ ਦੇ ਬਹੁਤ ਲੋਕ ਡੋਗੀ ਰੱਖਦੇ ਆ, ਮਤਲਬ ਰੱਖਦੇ ਆ, ਲੇਕਿਨ ਇੱਥੇ ਆ ਕੇ ਵੀ ਦੇਖਣ ਕਿੰਨੀ ਮਤਲਬ ਹਾਲਤ ਖਰਾਬ ਹੈ ਇਹਨਾਂ ਦੀ। ਜਦੋਂ ਉਮਰ ਨਿਕਲ ਜਾਂਦੀ ਫਿਰ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਕਿ ਮਤਲਬ ਸਾਡੇ ਤੋਂ ਦੂਰ ਹੋ ਜਾਵੇ, ਛੱਡਣ ਦੀ ਕੋਸ਼ਿਸ਼ ਕਰਦੇ ਮਤਲਬ। मेरा नाम बबलेश हैगा। हम 18-19 साल से यहाँ काम कर रहे हैं और यहाँ अच्छे श्रद्धा से सेवा कर रहे हैं। लोगों से मेरा यही गुजारा है कि यहाँ आके सही तरीके से सेवा करें और अपना उनको सही ढंग से देखभाल करें। जी उत्तर प्रदेश बहराइच जिला के रहने वाले हैं जी। यहाँ पे जिससे गौ माता है इनकी रोटियाँ चारा पानी जो भी है, ਤੇ ਨਾਲ ਡੋਗੀ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਵੀ ਰੋਟੀ ਪਾਣੀ ਖਿਲਾਉਂਦੇ ਆ, ਸੇਵਾ ਕਰਦੇ ਅਸੀਂ ਉਹਨਾਂ ਦੀ। ਅਸੀਂ ਉਹਨਾਂ ਨੂੰ ਜਿੰਨੇ ਟਾਈਮ ਦਵਾ ਦਾ ਇਲਾਜ ਹੁੰਦਾ ਉੱਥੇ ਵੀ ਨਾਲ ਜਾ ਕੇ ਉੱਥੇ ਉਹਨਾਂ ਦੀ ਹੈਲਪ ਕਰੀਦੇ ਐਸੇ। ਅਤੇ ਬਾਕੀ ਜਿਹੜੇ ਗਾਈਆਂ ਨੂੰ ਹੈਗੇ ਇਹਨਾਂ ਦੀ ਸਾਰੀ ਦੇਖਭਾਲ ਹੁੰਦੀ ਹੈ। ਅਤੇ ਇਹਨਾਂ ਨੂੰ ਕਈ ਵੇਲੇ ਇੱਦਾਂ ਹੁੰਦਾ ਬੰਦੇ ਆਉਂਦੇ ਗੇਟ 'ਤੇ ਛੱਡ ਦਿੰਦੇ, ਉੱਥੇ ਚਲ ਜਾਂਦੇ, ਉਹ ਵੀ ਅਸੀਂ ਪੰਛੀ ਵੀ ਅੰਦਰ ਲੈ ਕੇ ਆਈ ਦੇ, ਉਹਨਾਂ ਨੂੰ ਰੱਖੀ ਦੇ ਹੁੰਦੇ, ਅਤੇ ਉਹਨਾਂ ਨੂੰ ਸਾਰੀ ਦੇਖਭਾਲ ਅਸੀਂ ਕਰੀਦੇ ਹੁੰਦੇ ਆ। ਸੋ ਜਦੋਂ ਅਸੀਂ ਮਾਨਵਤਾ ਦੀ ਸੇਵਾ ਦੀ ਗੱਲ ਕਰਦੇ ਹਾਂ, ਸੇਵਾ ਭਾਵਨਾ ਲਿਆਉਣ ਦੀ ਗੱਲ ਕਰਦੇ ਹਾਂ, ਉਸ ਸਮੇਂ ਜ਼ਰੂਰੀ ਹੈ ਕਿ ਅਸੀਂ ਜਿਹੜੇ ਬੇਜ਼ੁਬਾਨੇ ਨੇ ਉਹਨਾਂ ਦੀ ਜ਼ਿੰਦਗੀ ਦੀ ਅਹਿਮੀਅਤ ਨੂੰ ਵੀ ਸਮਝੀਏ ਤੇ ਉਹਨਾਂ ਨੂੰ ਵੀ ਉਹਨਾਂ ਹੀ ਮਾਣ ਦਈਏ। ਸੋ ਬਹੁਤ ਸਾਰਾ ਇੱਕ ਮਾਣ ਸਨਮਾਨ ਇਸ ਪੂਰੀ ਟੀਮ ਦੇ ਲਈ, ਸਾਡੀਆਂ ਦੁਆਵਾਂ ਅਰਦਾਸਾਂ ਕਿ ਇਸੇ ਤਰੀਕੇ ਨਾਲ ਜੋ ਸੇਵਾ ਭਾਵਨਾ ਇਹਨਾਂ ਦੇ ਅੰਦਰ ਹੈ, ਇਸੇ ਤਰੀਕੇ ਦੇ ਨਾਲ ਉਹ ਬਣੀ ਰਹੇ, ਸੇਵਾ ਕਰਦੇ ਰਹਿਣ ਇਹਨਾਂ ਬੇਜ਼ੁਬਾਨਿਆਂ ਦੀ, ਤੇ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਬਣੀ ਰਹੇ। ਸੋ ਅਗਲੀ ਪ੍ਰੇਰਨਾ ਸਰੋਤ ਕਹਾਣੀ ਦੇ ਨਾਲ ਬਹੁਤ ਜਲਦੀ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਬਹੁਤ ਬਹੁਤ ਧੰਨਵਾਦ।